ਤੁਹਾਨੂੰ ਯਾਦ ਹੈ ਤੁਹਾਡੀ ਆਖਰੀ ਵਾਰ ਤੁਹਾਡੇ ਮੁੰਡਿਆਂ ਦੇ ਨਾਲ ਗੱਲਬਾਤ ਕਦੋਂ ਹੋਈ ਸੀ? ਛੋਟੇ ਮੁੰਡੇ ਨਾਲ, ਵੱਡੇ ਮੁੰਡੇ ਨਾਲ, ਕਿਸੇ ਨਾਲ ਗੱਲ ਕੀਤੀ? ਬਾਹਰਲੇ ਦੇਸ਼ ਦੇ ਵਿੱਚ ਬੱਚੇ ਹੋਣ ਤੇ ਘਰ ਦੇ ਮਾਂ ਦੀ ਹਾਲਾਤ ਅਜਿਹੀ ਹੋਵੇ ਕਿ ਛੱਤਾਂ ਚੋਰੀਆਂ ਨੇ, ਆ ਭਾਂਡੇ ਪਏ ਨੇ, ਤੁਸੀਂ ਦੇਖ ਸਕਦੇ ਹੋ। 3 ਟਾਈਮ ਰੋਟੀ ਖਾ ਲੈਂਦੇ ਹੋ ਤੁਸੀਂ? ਬਾਹਰੋਂ ਡਰਦੇ ਤਾਂ ਅੰਦਰ ਵੜਦੇ, ਜੇ ਅੰਦਰੋਂ ਡਰੀਏ ਤਾਂ ਕਿੱਧਰ ਜਾਈਏ। ਜਾਂ ਦੁਕਾਨ ਵਾਲੇ ਕੋਈ ਸਬਜ਼ੀ ਸੁੱਟਦੇ ਹੁੰਦੇ ਸੀਗੇ, ਹੁਣ ਉਹੀ ਜਾ ਕੇ ਮੈਂ ਸ਼ਾਮ ਨੂੰ ਇਕੱਠੇ ਕਰਕੇ ਤੇ ਸਾਫ਼ ਸੁਫ ਕਰਕੇ ਤੇ ਬੱਚਿਆਂ ਨੂੰ ਖਿਲਾਉਂਦੀ ਰਹੀ ਹਾਂ। ਨਹੀਂ, ਹੁਣ ਮੈਂ ਫਿਲਹਾਲ ਤਾਂ ਦਿਲੋਂ ਕੱਢ ਦਿੱਤੇ ਤੇ ਕਿਉਂਕਿ ਜੋ ਚੱਲ ਹੀ ਗਏ ਅਗਲੇ, ਨਾ ਕੋਈ ਫੋਨ ਕਰਦੇ ਨਾ ਕੁਛ ਕਰਦੇ, ਤੇ ਫਿਰ ਜ਼ਿਆਦਾ ਕਰਕੇ ਕੀ ਕਰਨਾ ਕਿਸੇ ਨੂੰ। ਤੁਹਾਨੂੰ ਲੱਗਦਾ ਹੈ ਕੋਈ ਉਮੀਦ ਹੈਗੀ ਹੈ ਕਦੇ ਦਰਵਾਜ਼ਾ ਖੜਕੂਗਾ ਤੇ ਉਹ ਕਹਿਣਗੇ ਕਿ ਅਸੀਂ ਆਏ ਆ ਮਿਲਣ? ਯਾਦ ਵੀ ਕਰਾਂਗੇ ਤਾਂ ਕੀ ਕਰਾਂਗੇ, ਆਪਣਾ ਆਪ ਹੀ ਖਰਾਬ ਕਰਾਂਗੇ। ਰੋ ਕੇ ਵੀ ਜੇ ਰੋਵਾਂਗੇ ਵੀ ਤਾਂ ਆਪਣਾ ਆਪ ਹੀ ਖਰਾਬ ਕਰਾਂਗੇ। ਇਸ ਤੋਂ ਬਿਹਤਰ ਹੈ ਵੀ ਮੈਂ ਯਾਦ ਕਰਨਾ ਵੀ ਉਹਨਾਂ ਨੂੰ ਬੰਦ ਕਰਤਾ। ਕਦੇ ਫਿਰ ਜਾ ਕੇ ਯਾਦ ਨਹੀਂ ਕੀਤਾ ਮਾਂ ਨੂੰ? ਨਹੀਂ, ਤੁਹਾਨੂੰ ਕੀ ਲੱਗਦਾ ਆਪੇ ਚਲੇ ਗਏ ਜਾਂ ਉਹਦੇ ਪਾਪਾ ਨੇ ਬੁਲਾਇਆ, ਉਹਨਾਂ ਨੂੰ, ਤੁਹਾਡੇ ਪਤੀ ਨੇ ਬੁਲਾਇਆ? ਕਿੰਨੇ ਸਾਲ ਇੰਤਜ਼ਾਰ ਕੀਤਾ ਤੁਸੀਂ ਉਹਨਾਂ ਦਾ? ਅਜੇ ਤੱਕ ਇੰਤਜ਼ਾਰ ਹੀ ਕਰੀ ਜਾਂਦੇ ਪਏ ਆ। ਮੈਂ ਇਹੋ ਕਹਿ ਸਕਦੀ ਹਾਂ ਕਿ ਉਹ ਸਿਰਫ ਇੱਕ ਲਾਲਚ ਦੇ ਵਿੱਚ ਉਹਨਾਂ ਨੇ ਮੇਰੇ ਨਾਲ ਵਿਆਹ ਕਰਵਾਇਆ ਸੀ ਵੀ ਇਹਨਾਂ ਦੀ ਪਹਿਲੇ ਵੀ ਹੈਗੀ ਆ ਤੇ ਕਾਰੋਬਾਰ ਇਹਨਾਂ ਦਾ ਠੀਕ ਹੈਗਾ। ਬੱਚੇ ਜਿਨ੍ਹਾਂ ਨੂੰ ਜਨਮ ਦਿੱਤਾ ਸੀ, ਪਾਲ ਪੋਸ ਕੇ ਵੱਡਾ ਕੀਤਾ ਸੀ, ਅੱਜ ਵੀ ਇਸ ਮਾਂ ਨੂੰ ਉਮੀਦ ਹੈ ਕਿ ਉਹ ਬੱਚੇ ਆ ਜਾਣਗੇ ਕਦੇ ਨਾ ਕਦੇ। ਢੇਰਾਂ 'ਚ ਚੁੱਕ ਕੇ ਮੈਂ ਚੀਜ਼ਾਂ ਉਹਨਾਂ ਨੂੰ ਬਣਾਉਂਦੀ ਰਹੀ ਹਾਂ। ਬੱਚੇ ਫਿਰ ਇਦਾਂ ਹੀ ਮਿਹਨਤ ਮਜ਼ਦੂਰੀ ਕਰਕੇ ਕਦੀ ਕਿਸੇ ਦੇ ਘਰ 'ਚੋਂ ਕਦੀ ਕਿਸੇ ਦੇ ਘਰ ਮਜ਼ਦੂਰੀ ਕਰ ਲੈਣੀ, ਤੇ ਇਦਾਂ ਕਰਕੇ ਬੱਚਿਆਂ ਨੂੰ ਪਾਲਿਆ ਸੀ ਮੈਂ। ਪਰ ਬੱਚਿਆਂ ਨੇ ਕਦਰ ਨਹੀਂ ਪਾਈ ਫਿਰ। ਹਾਂਜੀ, ਹੋ ਸਕਦਾ ਉਹ ਤੁਹਾਡੀ ਇਹ ਗੱਲ ਸੁਣ ਰਹੇ ਹੋਣ ਤੇ ਉਹ ਇਸ ਤੋਂ ਬਾਅਦ ਆ ਜਾਣ। ਉਮੀਦ ਕੀਤੀ ਜਾ ਸਕਦੀ ਹੈ, ਅਸੀਂ ਦੁਆ ਕਰ ਸਕਦੇ ਹਾਂ ਰੱਬ ਅੱਗੇ, ਔਰ ਹੋ ਸਕਦਾ ਹੈ ਸ਼ਾਇਦ ਉਹਨਾਂ ਨੂੰ ਵੀ ਇਹ ਸਭ ਕੁਝ ਸੱਚ ਦਿਖ ਰਿਹਾ ਹੋਵੇ। ਛੱਤਾਂ ਚੌਂਦੀਆਂ ਨੇ ਤਾਂ ਰੂਹਾਂ ਰੋਂਦੀਆਂ ਨੇ। ਸਭ ਤੋਂ ਮਾੜੀ ਹੁੰਦੀ ਹੈ ਗਰੀਬੀ। ਮੌਤ ਤੋਂ ਬੁਰੀ ਗਰੀਬੀ ਨੂੰ ਮੰਨਿਆ ਜਾਂਦਾ ਹੈ ਅਤੇ ਰੋਟੀ, ਕੱਪੜਾ, ਮਕਾਨ ਹਰੇਕ ਨੂੰ ਚਾਹੀਦਾ ਹੈ। ਜੇਕਰ ਇਹ ਮਿਲ ਵੀ ਜਾਵੇ, ਕੀ ਤੁਹਾਨੂੰ ਲੱਗਦਾ ਹੈ ਕਿ ਇਸ ਤੋਂ ਉੱਤੇ ਦੀ ਵੀ ਇੱਕ ਚੀਜ਼ ਹੁੰਦੀ ਹੈ? ਉਹ ਹੈ ਮਾਂ ਦੇ ਲਈ ਉਸਦੇ ਬੱਚੇ। ਪਰ ਬੱਚੇ ਵੀ ਇੱਥੋਂ ਘਰ ਛੱਡ ਕੇ ਜਾ ਚੁੱਕੇ ਨੇ। ਸਾਡੇ ਨਾਲ ਇੱਥੇ ਇੱਕ ਮਾਂ ਮੌਜੂਦ ਹੈ ਜਿਨ੍ਹਾਂ ਦੇ ਘਰ ਦੀ ਹਾਲਾਤ ਤੁਸੀਂ ਦੇਖ ਰਹੇ ਹੋ। ਛੱਤਾਂ ਚੋ ਰਹੀਆਂ ਨੇ, ਬਾਲਿਆਂ ਦੇ ਵਿੱਚੋਂ ਪਾਣੀ ਗਿਰ ਰਿਹਾ, ਬੈੱਡ ਦੇ ਉੱਪਰ ਤਰਪਾਲ ਪਾਈ ਹੈ ਤਾਂ ਕਿ ਇਹਨਾਂ ਉੱਪਰ ਪਾਣੀ ਨਾ ਗਿਰੇ। ਇਸ ਕਮਰੇ ਤੋਂ ਇਲਾਵਾ ਇਸ ਘਰ ਦੇ ਵਿੱਚ ਇੱਕ ਹੋਰ ਕਮਰਾ ਹੈ, ਉੱਥੇ ਵੀ ਮਾਤਾ ਜੀ ਨੇ ਨਾਲ ਸ਼ੀਟ ਵਿਛਾਈ ਹੋਈ ਹੈ ਇਹੋ ਜਿਹੀ ਲਿਫਾਫੇ ਵਾਲੀ, ਤਾਂ ਕਿ ਉਹਨਾਂ ਦੇ ਗੱਦਿਆਂ ਦੇ ਅੰਦਰ ਜਿੱਥੇ ਉਹ ਸੌਂਦੇ ਨੇ ਉਸ 'ਤੇ ਪਾਣੀ ਨਾ ਜਾਵੇ। ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਤੁਹਾਡਾ? ਰਾਜਕੁਮਾਰੀ। ਰਾਜਕੁਮਾਰੀ ਜੀ, ਇਹ ਤੁਹਾਡਾ ਸੁਪਨਿਆਂ ਦਾ ਮਹਿਲ ਕਹਿੰਦੇ ਨੇ, ਹੈ ਨਾ? ਘਰ ਵਿੱਚ ਤੁਹਾਡਾ ਸੁਪਨਿਆਂ ਦਾ ਮਹਿਲ ਹੈ। ਕਿੰਨੇ ਟਾਈਮ ਤੋਂ ਰਹਿ ਰਹੇ ਹੋ ਇੱਥੇ? ਮੈਨੂੰ ਘੱਟ ਤੋਂ ਘੱਟ 40 ਸਾਲ ਹੋ ਚੱਲੇ ਇੱਥੇ ਰਹਿੰਦਿਆਂ ਨੂੰ। ਇਕੱਲੇ ਹੀ ਰਹਿੰਦੇ ਹੋ? ਹਾਂਜੀ। ਤੇ ਬਾਕੀ ਸਾਰਾ ਟੱਬਰ? ਬਾਕੀ ਸਾਰਾ ਟੱਬਰ ਆਪਣੇ ਕਹਿੰਦੂਗਾ ਮਾਂ ਦਾਦਕਿਆਂ ਦੇ ਰਹਿੰਦਾ ਆ। ਆਪਾਂ ਜਲਦੀ ਗੱਲ ਕਰਦੇ ਹਾਂ, ਆਪਾਂ ਬੈਠਦੇ ਹਾਂ ਕਿਤੇ। ਕਿੱਥੇ ਸੋਨੇ ਕਿੱਥੇ ਹੋਣੇ ਹੋ ਤੁਸੀਂ? ਹਾਂਜੀ, ਇਹ ਬੈਠ ਸਾਡਾ ਇੱਧਰ ਸੋਨੇ? ਹਾਂਜੀ। ਤੇ ਇਹ ਤੁਹਾਡੀ ਰੋਟੀ ਪਾਣੀ ਇੱਥੇ ਹੀ ਬਣਾਉਂਦੇ ਹੋ? ਹਾਂਜੀ। ਅੱਛਾ, ਡਰ ਨਹੀਂ ਲੱਗਦਾ ਤੁਹਾਨੂੰ ਇਕੱਲਿਆਂ ਨੂੰ? ਪਹਿਲਾਂ ਤਾਂ ਹੁਣ ਕੀ ਕਰੀਏ, ਜੇ ਡਰ ਲੱਗਦਾ ਵੀ ਤਾਂ ਕਿੱਧਰ ਨੂੰ ਜਾਣਾ, ਫਿਰ ਰਹਿਣਾ ਤਾਂ ਇੱਥੇ ਹੀ ਪੈਣਾ ਆ। ਹੁਣ ਬਾਹਰ ਨਿਕਲ ਕੇ ਵੀ ਅਸੀਂ ਕਿੱਧਰ ਜਾਈਏ? ਕਹਿੰਦੇ ਨਹੀਂ, ਬਾਹਰੋਂ ਡਰਦੇ ਤਾਂ ਅੰਦਰ ਵੜਦੇ, ਜੇ ਅੰਦਰੋਂ ਡਰੀਏ ਤਾਂ ਕਿੱਧਰ ਜਾਈਏ। ਹਾਂਜੀ। ਅੱਛਾ, ਤੁਹਾਡੇ ਹਸਬੈਂਡ ਕਿੱਥੇ ਆ? ਪਤੀ ਕਿੱਥੇ ਨੇ ਤੁਹਾਡੇ? ਪਤੀ ਸਾਡੇ ਉੱਧਰ ਆਪਣੇ ਮਾਪਿਆਂ ਦੇ ਹੀ ਰਹਿੰਦੇ ਆ। ਅੱਛਾ ਜੀ। ਹਾਂਜੀ। ਕਿੰਨੇ ਬੱਚੇ ਆ ਤੁਹਾਡੇ? 2 ਬੱਚੇ ਆ ਜੀ। ਤੇ ਗੱਲਬਾਤ ਹੁੰਦੀ ਹੈ ਬੱਚਿਆਂ ਨਾਲ ਤੁਹਾਡੀ?
ਬੱਚਿਆਂ ਨਾਲ ਤਾਂ ਨਹੀਂ ਹੁੰਦੇ, ਫਿਰ ਵਹੁਟੀਆਂ ਕਰਦੀਆਂ ਆ। ਅੱਛਾ ਜੀ। ਤੁਹਾਨੂੰ ਯਾਦ ਹੈ ਤੁਹਾਡੀ ਆਖਰੀ ਵਾਰ ਤੁਹਾਡੇ ਮੁੰਡਿਆਂ ਦੇ ਨਾਲ ਗੱਲਬਾਤ ਕਦੋਂ ਹੋਈ ਸੀ? ਛੋਟੇ ਮੁੰਡੇ ਨਾਲ, ਵੱਡੇ ਮੁੰਡੇ ਨਾਲ, ਕਿਸੇ ਨਾਲ ਗੱਲ ਕੀਤੀ ਹੋਣੀ? ਨਹੀਂ, ਮੈਨੂੰ ਇੰਨਾ ਕੁ ਯਾਦ ਨਹੀਂ ਹੈਗਾ। ਨਹੀਂ ਯਾਦ। ਅੱਛਾ। ਤੇ ਕਿੰਨੀ ਕੁ ਉਮਰ ਦੇ ਸੀਗੇ ਜਦੋਂ ਘਰ ਛੱਡ ਕੇ ਚਲੇ ਗਏ ਇੱਥੋਂ, ਤੁਹਾਨੂੰ ਛੱਡ ਕੇ ਚਲੇ ਗਏ? ਉਹ ਸੀਗੇ 8ਵੀਂ ਪਾਸ ਕਰਕੇ ਇੱਕ ਛੋਟਾ ਗਿਆ ਸੀ ਤੇ 10ਵੀਂ ਵੱਡਾ। ਅੱਛਾ ਜੀ। ਹਾਂਜੀ। ਇਹ ਗੱਲ ਤੁਹਾਨੂੰ ਯਾਦ ਹੈ? ਤੁਹਾਨੂੰ ਲੱਗਦਾ ਉਹਨਾਂ ਨੂੰ ਵੀ ਯਾਦ ਹੋਣੀ ਕਿ ਇੱਥੋਂ ਪੜ੍ਹਾ ਕੇ ਭੇਜੇ, ਪਾਲ ਕੇ ਭੇਜੇ? ਪਤਾ ਨਹੀਂ, ਹੁਣ ਮੈਂ ਨਹੀਂ ਕਹਿ ਸਕਦੀ ਵੀ ਯਾਦ ਹੈਗੀ ਹੈ ਜਾਂ ਹੈ ਨਹੀਂ ਗੀ, ਪਰ ਮੈਨੂੰ ਮਾਂ ਨੂੰ ਤਾਂ ਯਾਦ ਹੋ ਸਕਦੀ ਹੈ ਨਾ ਵੀ ਇੱਥੋਂ ਗਏ ਆ। ਤੇ ਤੁਹਾਡੇ ਪਤੀ ਨਾਲ ਗੱਲਬਾਤ ਹੁੰਦੀ ਤੁਹਾਡੀ? ਨਹੀਂ ਜੀ, ਪਤੀ ਨਾਲ ਨਹੀਂ ਗੱਲਬਾਤ ਹੁੰਦੀ। ਇਹ ਘਰ ਕਿਹਦਾ ਹੈ ਵੈਸੇ? ਘਰ ਕਿਹਦਾ? ਇਹ ਪਤੀ ਦਾ ਘਰ ਨਹੀਂ ਹੈ? ਨਹੀਂ ਜੀ, ਇਹ ਨਾਨਕਿਆਂ ਦਾ ਘਰ ਹੈ। ਨਾਨਕਿਆਂ ਦਾ? ਹਾਂਜੀ। ਤੇ ਉਹ ਘਰ ਜਵਾਈ ਸੀ ਇੱਥੇ ਫਿਰ? ਹਾਂਜੀ। ਅੱਛਾ। ਪਹਿਲਾਂ ਮੰਨ ਗਏ ਸੀ ਘਰ ਜਵਾਈ ਰਹਿਣ? ਹਾਂਜੀ, ਪਹਿਲਾਂ ਮੰਨ ਗਏ ਸੀ, 2-3 ਸਾਲ ਰਹੇ ਵੀ ਉਹ, ਤੇ ਉਸ ਤੋਂ ਬਾਅਦ ਫਿਰ ਉਹ ਚਲੇ ਗਏ। ਅੱਛਾ ਜੀ। ਜਾਣ ਦਾ ਕਾਰਨ? ਜਾਣ ਦਾ ਕਾਰਨ ਉਹਨਾਂ ਦਾ ਇਹ ਸੀਗਾ ਵੀ ਉਹ ਕਹਿੰਦੇ ਸੀ ਵੀ ਰਿਸ਼ਤੇ ਸਾਡੇ ਨਾਂ ਕਰ ਦੋ, ਤੇ ਨਾਨਾ ਮੇਰੇ ਕਹਿੰਦੇ ਸੀਗੇ ਵੀ ਰਿਸ਼ਤੀਆਂ ਅਸੀਂ ਕੁੜੀ ਦੇ ਨਾਂ ਕਰਨੀ ਆ, ਤੇ ਉਹਨਾਂ ਨੇ ਘਰ ਜਾ ਕੇ ਸਲਾਹ ਕੀਤੀ ਹੋਣੀ ਆ, ਤੇ ਉਹਨਾਂ ਦੇ ਕੁਝ ਪਤਾ ਨਹੀਂ, ਜਾਂ ਮੈਂ ਪੱਕਾ ਨਹੀਂ ਕਹਿ ਸਕਦੀ ਵੀ ਉਹਨਾਂ ਦੀ ਫੈਮਿਲੀ ਵਿੱਚੋਂ ਕਿਹਾ ਜਾਂ ਉਹਨਾਂ ਨੇ ਆਪਣੇ ਕੋਲੋਂ ਕਿਹਾ ਵੀ ਰਿਸ਼ਤੇ ਮੇਰੇ ਨਾਂ ਹੋਣੀ ਚਾਹੀਦੀ ਹੈ, ਮੈਂ ਤਾਂ ਰੱਖਣੀ ਹੈ। ਫਿਰ ਉਹ ਨਾਨਕੇ ਮੇਰੇ ਮੰਨਦੇ ਨਹੀਂ ਸੀਗੇ ਵੀ ਅਸੀਂ ਰਿਸ਼ਤੇ ਕੁੜੀ ਦੇ ਨਾਂ ਕਰਨੀ, ਇੱਥੋਂ ਇਹ ਕਾਰਨ ਹੋਇਆ ਸੀ ਜਾਣ ਦਾ। ਮਤਲਬ ਤੁਹਾਡਾ ਕਹਿਣਾ ਹੈ ਕਿ ਉਹਨਾਂ ਨੇ ਵਿਆਹ ਇਸ ਕਰਕੇ ਕਰ ਲਿਆ, ਘਰ ਜਵਾਈ ਇਸ ਕਰਕੇ ਬਣ ਗਏ ਕਿ ਮੈਨੂੰ ਇਹ ਘਰ ਮਿਲ ਜਾਣਾ? ਹਾਂਜੀ। ਸਾਡੀ ਪੈਲੀ ਵੀ ਸੀਗੀ, 4-5 ਕਿੱਲੇ ਪੈਲੀ ਸੀਗੀ, ਤੇ ਮਕਾਨ ਵੀ ਸੀ, ਸਾਡਾ ਕਾਰੋਬਾਰ ਚੰਗਾ ਚੱਲਦਾ ਸੀਗਾ, ਤੇ ਉਹਦੇ ਕਰਕੇ ਵੀ ਜਦੋਂ ਉਹ ਬਿਮਾਰ ਹੋਏ ਤੇ ਉਹਨਾਂ ਕਰਕੇ ਫਿਰ ਸਾਡਾ ਕਾਰੋਬਾਰ ਵੀ ਠੱਪ ਹੋ ਗਿਆ, ਵੀ ਉਹ ਵੀ ਛੱਡ ਕੇ ਚਲੇ ਗਏ ਤੇ ਬੱਚੇ ਵੀ ਚਲੇ ਗਏ, ਤੇ ਤੁਹਾਡੇ ਸਾਹਮਣੇ ਹੀ ਆ ਜੋ ਕੁਝ ਵੀ ਹੈਗਾ ਅੱਗੇ। ਕੀ ਕੰਮ ਕਰਦੇ ਸੀ ਪਹਿਲਾਂ? ਕੀ ਕਾਰੋਬਾਰ ਸੀ? ਪਹਿਲਾਂ ਤਾਂ ਉਹ ਸ਼ੁਰੂ ਤੋਂ ਬਾਹਰ ਹੀ ਰਹੇ ਸੀਗੇ, ਤੇ ਸਾਡਾ ਪਹਿਲਾਂ ਖੇਤੀਬਾੜੀ ਦਾ ਕੰਮ ਕਾਰ ਸੀਗਾ, ਅਸੀਂ ਪਸ਼ੂ ਵੀ ਰੱਖੇ ਸੀ, ਸਭ ਕੁਝ ਕੀਤਾ, ਵੀ ਠੀਕ ਠਾਕ ਹੀ ਸੀਗੇ ਵੈਸੇ, ਤੇ ਉਸ ਤੋਂ ਬਾਅਦ ਫਿਰ ਸਾਰਾ ਕੰਮ ਸਿਲਸਿਲਾ ਇੱਦਾਂ ਹੀ ਹੁੰਦਾ ਗਿਆ। ਹਾਂਜੀ। ਤੇ ਜਦੋਂ ਤੁਹਾਡੇ ਪਤੀ ਘਰ ਤੋਂ ਚਲੇ ਗਏ ਉਸ ਸਮੇਂ ਬੱਚੇ ਤੁਹਾਡੇ ਕੋਲ ਸੀ? ਹੋਰ ਕੌਣ ਰਹਿੰਦਾ ਸੀ ਉਸ ਸਮੇਂ? ਉਸ ਸਮੇਂ ਸਾਡਾ ਇੱਕ ਬਜ਼ੁਰਗ ਰਹਿੰਦੇ ਸੀ, ਆਪੂ ਤਾਂ ਉਹਨਾਂ ਦੇ ਘਰੋਂ ਮਰ ਗਈ ਸੀਗੀ, ਬਜ਼ੁਰਗ ਰਹਿੰਦੇ ਸੀਗੇ, ਤੇ ਅਸੀਂ 4 ਜਣੇ ਸੀਗੇ, 2 ਬੱਚੇ ਸੀਗੇ, 2 ਜਣੇ ਅਸੀਂ ਸੀਗੇ, ਮੈਂ ਤੇ ਬਜ਼ੁਰਗ ਸੀਗੇ। ਬੱਚੇ ਕਿਵੇਂ ਪਾਲੇ ਤੁਸੀਂ? ਬੱਚੇ ਫਿਰ ਇਦਾਂ ਹੀ ਮਿਹਨਤ ਮਜ਼ਦੂਰੀ ਕਰਕੇ, ਕਦੀ ਕਿਸੇ ਦੇ ਘਰ ਚੋਂ, ਕਦੀ ਕਿਸੇ ਦੇ ਘਰ ਮਜ਼ਦੂਰੀ ਕਰ ਲੈਣੀ, ਤੇ ਇਦਾਂ ਕਰਕੇ ਬੱਚਿਆਂ ਨੂੰ ਪਾਲਿਆ ਸੀ ਮੈਂ। ਪਰ ਬੱਚਿਆਂ ਨੇ ਕਦਰ ਨਹੀਂ ਪਾਈ ਫਿਰ? ਹਾਂਜੀ। ਅੱਛਾ। ਹੁਣ ਕਿੱਥੇ ਨੇ ਉਹ ਮੁੰਡੇ? ਤੁਹਾਨੂੰ ਪਤਾ ਕੁਝ ਕਿੱਥੇ ਨੇ ਤੁਹਾਡੇ ਬੱਚੇ? ਇਸ ਵੇਲੇ ਤਾਂ ਉੱਦਾਂ ਫਿਲਹਾਲ ਤਾਂ ਬਾਹਰ ਹੀ ਰਹਿੰਦੇ ਆ। ਬਾਹਰ ਕਿਹੜੇ ਦੇਸ਼ 'ਚ? ਕਿੱਥੇ? ਦੁਬਈ 'ਚ। ਦੁਬਈ 'ਚ ਰਹਿੰਦੇ? ਹਾਂਜੀ। ਅੱਛਾ, ਦੋਨੇ ਹੀ? ਹਾਂਜੀ। ਦੇਖੋ, ਦੁਬਈ ਦੇ ਵਿੱਚ ਇਹਨਾਂ ਦੇ ਬੱਚੇ ਰਹਿੰਦੇ ਨੇ, ਇਹਨਾਂ ਨੇ ਪਾਲ ਪੋਸ ਕੇ ਪੜ੍ਹਾ ਲਿਖਾ ਕੇ ਇੱਥੋਂ ਉਹਨਾਂ ਨੂੰ ਭੇਜਤਾ ਸੀ, ਭੇਜਿਆ ਨਹੀਂ ਸੀ, ਉਹ ਇੱਥੋਂ ਚਲੇ ਗਏ ਸੀ, ਪਰ ਇਹਨਾਂ ਨੇ ਖੁਸ਼ੀ ਇਸ ਕਰਕੇ ਜਾਣ ਦਿੱਤਾ ਕਿ ਮੇਰੇ ਬੱਚੇ ਖੁਸ਼ ਰਹਿਣਗੇ। ਪਰ ਅੱਜ ਵੀ ਉਹ ਉਹਨਾਂ ਦੀ 8ਵੀਂ 10ਵੀਂ ਕਲਾਸ ਦੇ ਵਿੱਚ ਪੜ੍ਹਦੀਆਂ ਯਾਦਾਂ ਨੂੰ ਲੈ ਕੇ ਬੈਠੇ ਨੇ, ਤੇ ਉਹ ਬੱਚੇ ਨੇ ਜਿਹੜੇ ਕਿ ਫੋਨ ਤੇ ਗੱਲ ਕਰਕੇ ਵੀ ਰਾਜ਼ੀ ਨਹੀਂ। ਬਾਹਰਲੇ ਦੇਸ਼ ਦੇ ਵਿੱਚ ਬੱਚੇ ਹੋਣ ਤੇ ਘਰ ਦੇ ਮਾਂ ਦੀ ਹਾਲਾਤ ਅਜਿਹੀ ਹੋਵੇ ਕਿ ਛੱਤਾਂ ਚੋਰੀਆਂ ਨੇ, ਆ ਭਾਂਡੇ ਪਏ ਨੇ, ਤੁਸੀਂ ਦੇਖ ਸਕਦੇ ਹੋ, 3 ਟਾਈਮ ਰੋਟੀ ਖਾ ਲੈਂਦੇ ਹੋ ਤੁਸੀਂ? ਹਾਂਜੀ, ਖਾਣੀ ਪੈਣੀ, ਕੀ ਕਰੀਏ ਫਿਰ, ਢਿੱਡ ਤਾਂ ਮੰਗਦਾ ਹੀ ਹੈ ਨਾ ਖਾਣ ਨੂੰ। ਕੀ ਕਰਦੇ ਹੋ ਫਿਰ ਸਾਰਾ ਦਿਨ ਤੁਸੀਂ? ਇਸ ਵੇਲੇ ਤਾਂ ਅਸੀਂ ਬਸ ਫਿਲਹਾਲ ਵਿਹਲੇ ਹੀ ਹਾਂ। ਉੱਦਾਂ ਮੈਂ ਕਦੀ ਕਿਤੇ ਦੁਕਾਨ 'ਤੇ ਲੱਗ ਜਾਂਦੀ, ਕਦੀ ਕਿਤੇ ਲੱਗ ਜਾਂਦੀ ਸੀ। ਹੁਣ 5-6 ਮਹੀਨੇ ਹੋ ਗਏ ਵਿਹਲੀ, ਮੈਂ ਆਪੂ ਵੀ ਠੀਕ ਨਹੀਂ ਰਹਿੰਦੀ, ਤੇ ਇਹਦੇ ਕਰਕੇ ਫਿਰ ਮੈਂ ਕੰਮ ਛੱਡਤਾ। ਅੱਜ ਕੀ ਬਣਾ ਕੇ ਖਾਧਾ ਸੀ? ਅੱਜ ਕੱਦੂਕਾ ਪੱਤਿਆਂ ਦੇ ਪਕੌੜੇ 'ਚ ਬਣਾ ਕੇ ਖਾਧੇ, ਜਿਹਨੂੰ ਅਰਬੀ ਦੇ ਪੱਤੇ ਕਹਿੰਦੇ, ਪਤੇੜ ਕਹਿੰਦੇ ਆ। ਕਿੱਥੇ ਲੱਗੇ ਹੋਏ ਨੇ ਉਹ, ਕਿ ਕਿਤੋਂ ਖਰੀਦੇ? ਸਾਈਡ ਤੇ ਲੱਗੇ, ਤੁਸੀਂ ਦੇਖ ਸਕਦੇ ਹੋ। ਅੱਛਾ, ਇੱਥੋਂ ਆਹ ਪੱਤੇ ਤੋੜ ਕੇ ਤੁਸੀਂ ਇਹਦੀ ਸਬਜ਼ੀ ਬਣਾ ਕੇ? ਛੋਟੇ ਪੱਤੇ ਇਹਨਾਂ ਦੇ, ਉਹ ਜਿਹੜੇ ਅਰਬੀ ਦੇ ਪੱਤੇ ਛੋਟੇ ਹੈਗੇ ਨੇ, ਇੱਕ ਦਾ ਵੇਲ ਹੈਗੀ, ਉਹਨਾਂ ਨਾਲ ਛੋਟੇ ਪੱਤੇ ਹੈਗੇ, ਇਹਨਾਂ ਦੀ ਬਣਾ ਕੇ ਪਕੌੜੇ ਬਣਾ ਕੇ ਖਾਧੇ ਸੀਗੇ। ਤਾਂ ਦੇਖ ਸਕਦੇ ਹੋ ਤੁਸੀਂ, ਆ ਇੱਥੇ ਇਹਨਾਂ ਨੂੰ ਸ਼ੌਂਕ ਹੁਣ ਇਹੀ ਪਾਲੇ, ਇਹਨਾਂ ਨੇ ਫੁੱਲ ਬੂਟੇ ਲਾਏ ਨੇ, ਇਹੀ ਸਾਥ ਦੇ ਰਹੇ ਨੇ, ਇਹਨਾਂ ਦਾ ਕੁਦਰਤ ਦੇ ਵਿੱਚ ਰਹਿ ਰਹੇ ਨੇ ਇਹ। ਪਰ ਫਿਰ ਵੀ ਜਦੋਂ ਤੁਹਾਨੂੰ ਯਾਦ ਆਉਂਦੀ ਹੈ ਆਪਣੇ ਉਹਨਾਂ ਬੱਚਿਆਂ ਦੀ, ਇੱਥੇ ਹੀ ਕਦੇ ਉਹ ਖੇਡਦੇ ਹੋਣੇ ਨੇ, ਇੱਥੇ ਹੀ ਸੌਂਦੇ ਹੋਣੇ ਨੇ, ਹੈ ਨਾ? ਤੇ ਹੈਗੀ, ਪਰ ਹੁਣ ਕੀ ਕਰੀਏ, ਯਾਦ ਦੇ ਸਹਾਰੇ ਜੀਣਾ ਪੈਂਦਾ।
ਕੋਈ ਇਹੋ ਜਿਹੀ ਯਾਦ ਜਿਹੜੀ ਤੁਹਾਨੂੰ ਹੁਣ ਵੀ ਰਵਾ ਦਿੰਦੀ ਹੈ, ਤੰਗ ਕਰਦੀ ਹੈ ਜਿਹੜੀ ਬਾਰ ਨਹੀਂ ਹੁਣ ਮੈਂ ਫਿਲਹਾਲ ਤਾਂ ਦਿਲੋਂ ਕੱਢ ਦਿੱਤੇ ਤੇ ਕਿਉਂ ਵੀ ਜੋ ਚੱਲ ਹੀ ਗਏ ਅਗਲੇ ਨਾ ਕੋਈ ਫੋਨ ਕਰਦੇ ਨਾ ਕੁਛ ਕਰਦੇ ਤੇ ਫਿਰ ਯਾਦਾਂ ਕਰਕੇ ਕੀ ਕਰਨਾ ਕਿਸੇ ਨੂੰ। ਯਾਦ ਵੀ ਕਰਾਂਗੇ ਤਾਂ ਕੀ ਕਰਾਂਗੇ, ਆਪਣਾ ਆਪ ਹੀ ਖਰਾਬ ਕਰਾਂਗੇ, ਰੋ ਕੇ ਵੀ ਜੇ ਰੋਵਾਂਗੇ ਵੀ ਤਾਂ ਆਪਣਾ ਆਪ ਹੀ ਖਰਾਬ ਕਰਾਂਗੇ। ਇਸ ਤੋਂ ਬਿਹਤਰ ਹੈ ਵੀ ਮੈਂ ਯਾਦ ਕਰਨਾ ਵੀ ਉਹਨਾਂ ਨੂੰ ਬੰਦ ਕਰਤਾ। ਉਹਨਾਂ ਦੀਆਂ ਵੋਟੀਆਂ ਤੋਂ ਪੁੱਛਦੇ ਹੋ ਉਹਨਾਂ ਦਾ ਹਾਲ? ਹਾਂਜੀ ਵੋਟੀਆਂ ਤੋਂ ਪੁੱਛ ਲਈਦਾ, ਵੋਟੀਆਂ ਦੇ ਫੋਨ ਆਉਂਦੇ ਰਹਿੰਦੇ ਆ, ਉਹਨਾਂ ਨੂੰ ਪੁੱਛ ਲਈਦਾ। ਯਾਦ ਤਾਂ ਆਉਂਦੀ ਹੈ ਤਾਂ ਹੀ ਪੁੱਛਦੇ ਹੋ। ਆਉਂਦੀ ਤਾਂ ਹੈ ਹੀ, ਪਰ ਹੁਣ ਕੀ ਕਰਨਾ ਫਿਰ। ਤੁਹਾਨੂੰ ਲੱਗਦਾ ਹੈ ਕੋਈ ਉਮੀਦ ਹੈਗੀ ਹੈ ਕਦੇ ਦਰਵਾਜ਼ਾ ਖੜਕੂਗਾ ਤੇ ਉਹ ਕਹਿਣਗੇ ਕਿ ਅਸੀਂ ਆਏ ਆ ਮਿਲਣ? ਇਹ ਜੇ ਫਿਲਹਾਲ ਤਾਂ ਕੋਈ ਉਮੀਦ ਨਹੀਂ ਹੈਗੀ ਉਹਨਾਂ ਦੀ, ਅੱਗੇ ਨੂੰ ਕਹਿ ਨਹੀਂ ਸਕਦੇ ਵੀ ਆਉਣਾ ਕਿ ਨਹੀਂ ਆਉਣਾ ਉਹਨਾਂ ਨੇ। ਤੁਸੀਂ ਚਾਹੁੰਦੇ ਹੋ ਉਹ ਆਉਣ? ਕਿਹੜੀ ਮਾਂ ਜਿਹੜਾ ਵੀ ਬੱਚੇ ਨੂੰ ਨਹੀਂ ਚਾਹੁੰਦੀ ਵੀ ਉਹ ਆਵੇ, ਆਉਣਾ ਨਹੀਂ ਆਉਣਾ ਉਹਨਾਂ ਦੀ ਮਰਜ਼ੀ ਹੁੰਦੀ ਆ। ਹੋ ਸਕਦਾ ਉਹ ਤੁਹਾਡੀ ਇਹ ਗੱਲ ਸੁਣ ਰਹੇ ਹੋਣ ਤੇ ਉਹ ਇਸ ਤੋਂ ਬਾਅਦ ਆ ਜਾਣ, ਉਮੀਦ ਕੀਤੀ ਜਾ ਸਕਦੀ ਹੈ, ਅਸੀਂ ਦੁਆ ਕਰ ਸਕਦੇ ਹਾਂ ਰੱਬ ਅੱਗੇ। ਔਰ ਹੋ ਸਕਦਾ ਹੈ ਸ਼ਾਇਦ ਉਹਨਾਂ ਨੂੰ ਵੀ ਇਹ ਸਭ ਕੁਝ ਸੱਚ ਦਿਖ ਰਿਹਾ ਹੋਵੇ ਕਿ ਕਿਹੜੇ ਹਾਲਾਤਾਂ ਦੇ ਵਿੱਚ ਘਰ ਹੈ, ਫਿਰ ਵੀ ਤੁਸੀਂ ਤੰਗ। ਕਿ ਉਹਨਾਂ ਨੇ ਕਦੀ ਫੇਰਾ ਮਾਰਿਆ ਹੀ ਨਹੀਂ ਆ ਕੇ, ਜਦੋਂ ਜੋ ਗਏ ਆ ਉਹ ਕਦੀ ਆਏ ਨਹੀਂ ਮੁੜ ਕੇ। ਆਖਰੀ ਵਾਰ ਕਦੋਂ ਆਏ ਸੀ? ਆਖਰੀ ਵਾਰ ਹੁਣ ਕੀ ਕਹਿ ਸਕਦੀ ਹਾਂ, ਅੰਦਾਜ਼ਾ ਨਹੀਂ ਆ ਮੈਨੂੰ। ਫਿਰ ਵੀ ਕਿੰਨੇ ਸੀ ਦੇਖਣ ਨੂੰ? ਇੰਨੇ ਸੀ ਤੁਹਾਨੂੰ ਉਮਰ ਮੈਂ ਨਾਲ? ਉਹੀ ਦੱਸਿਆ ਵੀ ਜਦੋਂ ਇੱਕ 8ਵੀਂ 'ਚ ਗਿਆ ਸੀ ਤੇ ਇੱਕ 10ਵੀਂ 'ਚ ਗਿਆ ਸੀ। ਉਹਨਾਂ ਨੇ ਕਦੇ ਫਿਰ ਜਾ ਕੇ ਯਾਦ ਨਹੀਂ ਕੀਤਾ ਮਾਂ ਨੂੰ? ਨਹੀਂ ਤੁਹਾਨੂੰ ਕੀ ਲੱਗਦਾ ਆਪੇ ਚਲੇ ਗਏ ਜਾਂ ਉਹਦੇ ਪਾਪਾ ਨੇ ਬੁਲਾਇਆ ਉਹਨਾਂ ਨੂੰ, ਤੁਹਾਡੇ ਪਤੀ ਨੇ ਬੁਲਾਇਆ? ਉਹਨਾਂ ਨੇ ਫੋਨ ਕਰਕੇ ਬੁਲਾਇਆ ਸੀ, ਲੈਣ ਤਾਂ ਉਹ ਵੀ ਨਹੀਂ ਸੀ ਆਏ, ਫੋਨ ਕਰਕੇ ਬੁਲਾਇਆ ਸੀ ਤੇ ਫੋਨ ਤੇ ਫਿਰ ਉਹ ਦੋਨੇ ਭਰਾ ਚਲੇ ਗਏ ਸੀ। ਅੱਛਾ, ਇੱਥੋਂ ਇਕੱਲੇ ਹੀ ਨਿਕਲ ਗਏ? ਹਾਂਜੀ ਇੱਥੋਂ ਇਕੱਲੇ ਗਏ ਸੀ। ਉਹਨਾਂ ਨੇ ਇੰਨਾ ਵੀ ਨਹੀਂ ਪੁੱਛਿਆ ਵੀ ਅਸੀਂ ਵੀ ਉਹਨਾਂ ਦਾ ਵੀ ਪਿਓ ਦਾ ਫੋਨ ਆਇਆ ਤੇ ਵੀ ਅਸੀਂ ਜਾਣਾ ਜਾਂ ਨਹੀਂ ਜਾਣਾ, ਚੁੱਪਚਾਪ ਹੀ ਚਲੇ ਗਏ। ਫੋਨ ਸੁਣਿਆ ਜਿੱਦਾਂ ਉਹਨਾਂ ਨੇ ਕਿਹਾ ਵੀ ਘਰ ਆ ਜਾਓ ਉੱਦਾਂ ਹੀ ਚਲੇ ਗਏ। ਤੁਹਾਨੂੰ ਪੁੱਛਿਆ ਤੱਕ ਨਹੀਂ? ਨਹੀਂ ਤੁਹਾਨੂੰ ਪਤਾ ਕੀ ਗੱਲ ਹੋਈ ਹੋਣੀ ਫੋਨ ਤੇ ਉਹਨਾਂ ਦੀ? ਨਹੀਂ ਇਹ ਵੀ ਮੈਨੂੰ ਕੋਈ ਪਤਾ ਨਹੀਂ ਵੀ ਕੀ ਹੋਏ ਕੀ ਨਹੀਂ, ਉਹਨਾਂ ਨੇ ਦੱਸਿਆ ਹੀ ਨਹੀਂ, ਸਿਰਫ ਇੰਨਾ ਹੀ ਦੱਸਿਆ ਕਹਿੰਦੇ ਵੀ ਡੈਡੀ ਕਹਿੰਦੇ ਵੀ ਘਰ ਆ ਜਾਓ। ਹਾਂਜੀ ਹੁਣ ਉੱਥੇ ਕੌਣ ਆ ਤੁਹਾਡੇ ਪਤੀ ਤੋਂ ਇਲਾਵਾ ਘਰ 'ਚ? ਉਹਨਾਂ ਦੀ ਹੈ ਉੱਥੇ ਕੋਈ? ਮੈਨੂੰ ਗਏ ਨੂੰ ਦੀਦੀ ਕਾਫੀ ਦੇਰ ਹੋ ਗਈ ਆ ਹੁਣ, ਕਿਉਂ ਫਿਰ ਜੇ ਉਹਨਾਂ ਨੇ ਇੱਕ ਦੂਆ ਵੀ ਤੁਹਾਨੂੰ ਦੱਸਿਆ ਨਾ ਵੀ ਉਹਨਾਂ ਨੂੰ ਬੋਲਣ ਦਾ ਪਤਾ ਹੈ ਨਹੀਂ ਵੀ ਜੋ ਮੂੰਹ ਆਣਾ ਜਾਂ ਕਿਸੇ ਦੇ ਸਾਹਮਣੇ ਕੋਈ ਗੱਲ ਕਰਨੀ ਜਾਂ ਨਹੀਂ ਕਰਨੀ, ਤੇ ਉਹ ਵੀ ਇਦਾਂ ਹੀ ਬੋਲ ਪੈਂਦੇ ਹੈਗੇ ਤੇ ਮੈਂ ਫਿਰ ਜਾਣਾ ਆਣਾ ਵੀ ਬੰਦ ਕਰਤਾ। ਤੁਸੀਂ ਕਿੰਨੀ ਦੇਰ ਤੱਕ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਵਾਪਸ ਲੈ ਆਵੋ ਜਾਂ ਬੱਚਿਆਂ ਨੂੰ ਦੁਬਾਰਾ ਘਰ ਲੈ ਆਵੋ? ਕਿੰਨੀ ਦੇਰ ਕੋਸ਼ਿਸ਼ ਕੀਤੀ ਤੁਸੀਂ? ਕਿੰਨੀ ਵਾਰ ਗਏ ਹੋ ਉਸ ਘਰ ਦੇ ਵਿੱਚ? ਉਸ ਘਰ 'ਚ ਮੈਂ ਜਦੋਂ ਦੇ ਵੀ ਮੇਰੇ ਪਤੀ ਗਏ ਸੀ ਉਸ ਤੋਂ ਬਾਅਦ ਮੈਂ ਬੱਚਿਆਂ ਨੂੰ ਲੈ ਕੇ ਜਾਂਦੀ ਰਹੀ ਹਾਂ, ਤੇ ਉਹਨਾਂ ਨੇ ਕਦੀ ਮੇਰੇ ਵੱਲ ਦੇਖ ਕੇ ਕਦੀ ਘਰ ਆਣਾ, ਕਦੀ ਨਹੀਂ ਵੀ ਆਣਾ, ਕਦੀ ਬਾਹਰ ਵੀ ਉਹਨਾਂ ਨੇ ਬਾਹਰ ਹੀ ਸੌਂ ਜਾਣਾ। ਅੱਛਾ, ਘਰ ਦੇ ਅੰਦਰ ਵੜਦੇ ਨਹੀਂ ਸੀ ਤੁਹਾਨੂੰ ਦੇਖ ਕੇ ਬੱਚੇ? ਨਹੀਂ ਇੱਕ ਪਤੀ? ਹਾਂਜੀ। ਤੇ ਬੱਚੇ ਫਿਰ ਇੱਕ ਦੂਆ ਵੀ ਜਦੋਂ ਉਹ ਚਲੇ ਗਏ ਤਾਂ ਉਹਨਾਂ ਨੂੰ ਫਿਰ ਮੈਂ ਇੱਕ ਥੋੜੇ ਕਿਤੇ ਫੋਨ ਨਹੀਂ ਕੀਤੀ, ਮੈਂ ਉਦੋਂ ਫੋਨ ਕਰਦੀ ਰਹੀ ਹਾਂ ਵੀ ਤੁਸੀਂ ਆ ਜਾਓ ਜਾਂ ਕਿੱਦਾਂ, ਤੇ ਉਹਨਾਂ ਨੇ ਕੋਈ ਮੈਨੂੰ ਹਾਂ ਨਾ ਦਾ ਜਵਾਬ ਨਹੀਂ ਦਿੱਤਾ। ਮੈਂ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਸੀ ਕਿ ਵੀ ਮੈਂ ਆਪਣਾ ਕੋਈ ਵੀ ਬੰਦੋਬਸਤ ਕਰ ਲੈਣਾ ਜਾਂ ਵੀ ਪਰਿਵਾਰ ਕੋਈ ਰੱਖ ਲੈਣਾ, ਵੀ ਮੈਨੂੰ ਵੀ ਮੈਂ ਅੱਗਾ ਤੋਂ ਅੱਗੇ ਵੀ ਮੇਰੀ ਸਿਹਤ ਕਿਹੜੀ ਠੀਕ ਰਹਿਣ ਚਾਹੀਦੀ ਆ, ਤੇ ਵੀ ਮੈਂ ਕੋਈ ਪਰਿਵਾਰ ਰੱਖ ਲੈਣਾ। ਉਹਨਾਂ ਨੇ ਮੈਨੂੰ ਕੋਈ ਵੀ ਹਾਂ ਨਾ ਦਾ ਕੋਈ ਜਵਾਬ ਹੀ ਨਹੀਂ ਦਿੱਤਾ ਵੀ ਅਸੀਂ ਆਉਣਾ ਜਾਂ ਨਹੀਂ ਆਉਣਾ ਜਾਂ ਕਿੱਦਾਂ ਨਹੀਂ। ਕਿੰਨੇ ਸਾਲ ਇੰਤਜ਼ਾਰ ਕੀਤਾ ਤੁਸੀਂ ਉਹਨਾਂ ਦਾ? ਅਜੇ ਤੱਕ ਇੰਤਜ਼ਾਰ ਹੀ ਕਰੀ ਜਾਂਦੇ ਪਏ ਆ। ਅਜੇ ਵੀ ਇੰਤਜ਼ਾਰ ਹੈਗਾ ਤੁਹਾਨੂੰ? ਤੁਹਾਨੂੰ ਲੱਗਦਾ ਤੁਹਾਡੇ ਪਤੀ ਆ ਜਾਣਗੇ? ਹੋਰ ਕੀ ਕਰੀਏ ਫਿਰ। ਉਹਨਾਂ ਨੇ ਵਿਆਹ ਨਹੀਂ ਕਰਾਇਆ ਉੱਥੇ ਦੂਜਾ? ਮੈਂ ਗਈ ਨਹੀਂ ਦੀਦੀ, ਮੈਨੂੰ ਨਹੀਂ ਪਤਾ ਵੀ ਕਰਾਇਆ ਕਿ ਨਹੀਂ। ਕਰਾ ਲਿਆ ਹੋਣਾ ਵਿਆਹ, ਕਿ ਵਿਆਹ ਦੇ ਕਿਹੜੇ ਵੀ ਉਹਨਾਂ ਨੂੰ ਇਹ ਹੈਗੇ ਆ, ਕਰਵਾ ਲਿਆ ਹੋਣਾ ਆ। ਮੈਂ ਗਈ ਨਹੀਂ, ਮੁੜ ਕੇ ਨਹੀਂ ਮੈਂ ਗਈ। ਮੈਨੂੰ ਗਈ ਨੂੰ ਘੱਟ ਤੋਂ ਘੱਟ ਵੀ 10-12 ਸਾਲ ਹੋ ਚੱਲੇ ਹੋਣੇ ਆ। ਹਾਂਜੀ। ਵਿਆਹ ਤੋਂ ਬਾਅਦ ਪਿਆਰ ਕਰਦੇ ਸੀ ਤੁਹਾਨੂੰ? ਕਿਵੇਂ ਦਾ ਮਾਹੌਲ ਸੀ ਘਰ 'ਚ? ਜਾਂ ਸਿਰਫ ਤੁਹਾਨੂੰ ਲੱਗਦਾ ਹੈ ਉਹਨਾਂ ਨੇ ਘਰ ਹੀ ਲੈਣਾ ਸੀ, ਆਪਣੇ ਨਾਮ ਕਰਾਉਣਾ ਸੀ, ਇਸੇ ਕਰਕੇ ਆਏ ਸੀ? ਮੈਨੂੰ ਤਾਂ ਇੱਥੋਂ ਤੱਕ ਕਿ ਫਿਲਹਾਲ ਤਾਂ ਮੈਂ ਇਹੋ ਕਹਿ ਸਕਦੀ ਹਾਂ ਕਿ ਉਹ ਸਿਰਫ ਇੱਕ ਲਾਲਚ ਦੇ ਵਿੱਚ ਉਹਨਾਂ ਨੇ ਮੇਰੇ ਨਾਲ ਵਿਆਹ ਕਰਵਾਇਆ ਸੀ ਵੀ ਇਹਨਾਂ ਦੀ ਪਹਿਲੇ ਵੀ ਹੈਗੀ ਆ, ਵੀ ਕਾਰੋਬਾਰ ਇਹਨਾਂ ਦਾ ਠੀਕ ਹੈਗਾ, ਇਹਦੇ ਕਰਕੇ ਲੱਗਦਾ ਵੀ ਮੈਨੂੰ ਉਹਨਾਂ ਨੇ ਮੇਰੇ ਨਾਲ ਵਿਆਹ ਕਰਵਾਇਆ ਸੀਗਾ। ਤੇ ਜਦੋਂ ਉਹਨਾਂ ਨੇ ਕਹਿ ਦਿੱਤਾ ਵੀ ਅਸੀਂ ਰਿਸ਼ਤੇ ਕੁੜੀ ਦੇ ਨਾਂ ਕਰਨੀ ਆ, ਤੇ ਉਹ ਫਿਰ ਪਿੱਛੇ ਹਟ ਗਏ। ਉਹ ਫਿਰ ਪਿੰਨਾ ਕੁ ਦੁਆ ਨਹੀਂ ਕਰਨ ਲੱਗੇ, ਵੀ ਆਉਣ ਜਾਣ ਨਹੀਂ ਲੱਗੇ ਉਹ, ਤੇ ਵੀ ਪਿੱਛੇ ਹੀ ਹਟ ਗਏ। ਫਿਰ ਪਿੱਛੇ ਹਟ ਹੀ ਗਏ। ਹਾਂਜੀ। ਤੁਹਾਡੇ ਚਿਹਰੇ ਤੇ ਮੁਸਕਾਨ ਹੈਗੀ ਹੈ, ਇੱਕ ਪੋਜ਼ਿਟਿਵਿਟੀ ਦਾ ਨਿਸ਼ਾਨ ਹੈ। ਕਹਿੰਦੇ ਨੇ ਕਿ ਮੌਤ ਤੋਂ ਬੁਰੀ ਭੁੱਖ ਹੁੰਦੀ ਹੈ, ਭੁੱਖ ਵੀ ਉਹਨਾਂ ਨੇ ਹੰਢਾ ਲਈ
ਜੋ ਮਿਲਦਾ ਹੈ, ਪੱਤੇ ਮਿਲਦੇ ਨੇ, ਜਿਹੜਾ ਕੁਝ ਇੱਥੇ ਲਗਾਇਆ ਉਹ ਖਾ ਕੇ ਉਹ ਰਾਜ਼ੀ ਰਹਿ ਰਹੇ ਨੇ। ਚਿਹਰੇ ਤੇ ਖੁਸ਼ੀ ਹੈ ਪਰ ਉਮੀਦ ਹੈ ਉਹਨਾਂ ਨੂੰ, ਕਿਉਂਕਿ ਜਿਹੜਾ ਇਕੱਲਾਪਨ ਹੈ ਉਹ ਕਿਸੇ ਨੂੰ ਜਿਉਣ ਨਹੀਂ ਦਿੰਦਾ। ਕੋਈ ਵੀ ਇਨਸਾਨ ਇਕੱਲਾ ਨਹੀਂ ਰਹਿ ਸਕਦਾ ਹੁੰਦਾ, ਖਾਸ ਕਰ ਆਪਣੇ ਬੱਚਿਆਂ ਤੇ ਪਤੀ ਤੋਂ ਬਿਨਾਂ। ਪਤੀ ਬਿਨਾਂ ਵੀ ਇੱਕ ਪਤਨੀ ਸਾਰ ਲੈਂਦੀ ਹੈ, ਪਰ ਉਹ ਬੱਚੇ ਜਿਨ੍ਹਾਂ ਨੂੰ ਜਨਮ ਦਿੱਤਾ ਸੀ, ਪਾਲ ਪੋਸ ਕੇ ਵੱਡਾ ਕੀਤਾ ਸੀ, ਅੱਜ ਵੀ ਇਸ ਮਾਂ ਨੂੰ ਉਮੀਦ ਹੈ ਕਿ ਉਹ ਬੱਚੇ ਆ ਜਾਣਗੇ ਕਦੇ ਨਾ ਕਦੇ। ਹਾਂਜੀ, ਮਿਹਨਤ ਤਾਂ ਹੈਗੀ ਰੱਖੀ ਦੇ, ਅੱਗੇ ਰੱਬ ਦੀ ਮਰਜ਼ੀ ਹੈ, ਫਿਰ ਰੱਬ ਦੇ ਕੀ ਚਾਹੁੰਦਾ ਹੈ ਕੀ ਨਹੀਂ ਚਾਹੁੰਦਾ, ਇਹ ਤਾਂ ਉਹਦੇ ਹੱਥ ਵੱਸ ਆ ਹੁਣ। ਅੱਛਾ, ਤੁਹਾਡਾ ਗੁਜ਼ਾਰਾ ਕਿਵੇਂ ਚੱਲਦਾ ਫਿਰ? ਤੁਸੀਂ ਦੱਸਿਆ ਕਿ ਕੰਮਕਾਰ 5-6 ਮਹੀਨੇ ਹੋ ਗਏ ਛੁੱਟ ਗਿਆ। ਹਾਂਜੀ, ਬਾਕੀ ਸਾਰਾ ਬਿਜਲੀ ਪਾਣੀ ਦਾ ਬਿਜਲੀ ਮੈਨੂੰ ਲੱਗਦਾ ਬੱਲਬ ਹੈ ਨਹੀਂ ਕੋਈ ਘਰ 'ਚ? ਨਹੀਂ ਬੱਲਬ ਤਾਂ ਹੈਗੇ ਆ। ਇਸ ਟਾਈਮ ਲਾਈਟ ਨਹੀਂ ਹੈਗੀ? ਹਾਂਜੀ, ਲਾਈਟ ਹੈ ਨਹੀਂ। ਉਹ ਭਾਜੀ ਹੁਣਾਂ ਨੇ, ਮੇਰੇ ਸਰਪੰਚ ਭਾਜੀ ਹੁਣਾਂ ਨੇ ਲਾਈਟ ਫ੍ਰੀ ਕਰਵਾਤੀ ਸੀਗੀ, ਇਹਦੇ ਕਰਕੇ ਵੀ ਮੈਨੂੰ ਬਿਜਲੀ ਦਾ ਇੰਨਾ ਕੁ ਖਰਚਾ ਹੈ ਨਹੀਂ। ਤੇ ਰੋਟੀ ਪਾਣੀ ਫਿਰ ਕਿੱਥੋਂ ਆਉਂਦਾ? ਰੋਟੀ ਪਾਣੀ ਫਿਲਹਾਲ ਮੈਨੂੰ ਦੁਆ ਰਾਸ਼ਨ ਲੱਗਿਆ ਹੋਇਆ, ਕਣਕ ਮਿਲਦੀ ਹੈ, ਕੁਛ ਉਹ ਹੋ ਜਾਂਦਾ ਤੇ ਕੁਛ ਮਾੜੀ ਮੋਟੀ ਜੇ ਕਿ ਠੀਕ ਹੋ ਜਾਂਦੀ ਤਾਂ ਕੰਮ ਕਰਨ ਲੱਗ ਪੈਂਦੀ, ਜਦੋਂ ਬਿਮਾਰ ਹੋ ਜਾਂਦੀ ਘਰ ਕੀ ਕੰਮ ਕਰਦੇ? ਜਿਹੜਾ ਮਿਲ ਗਿਆ ਕਰ ਲਿਆ। ਜਿਵੇਂ ਕਿ ਜਿਵੇਂ ਕਿ ਹਸਪਤਾਲ 'ਚ ਵੀ ਝਾੜੂ ਪੋਚਾ ਲਾ ਲਿਆ, ਦੁਕਾਨ ਤੇ ਵੀ ਕਰ ਲਿਆ, ਜਿੱਦਾਂ ਕਿਸੇ ਦਾ ਮਿਲ ਗਿਆ ਕਰ ਲਿਆ। ਹਾਂਜੀ। ਅੱਛਾ, ਫਿਰ ਵੀ ਤੁਹਾਡਾ ਚਿਹਰਾ ਹੱਸਦਾ ਖੇਡਦਾ ਹੈ ਨਾ? ਘਰ ਦੇ ਵਿੱਚ ਕੁਝ ਵੀ ਨਹੀਂ ਹੈਗਾ, ਕੋਈ ਜੀ ਨਹੀਂ ਹੈਗਾ। ਸਭ ਤੋਂ ਵੱਡੀ ਗੱਲ, ਚਲੋ ਸਮਾਨ ਤੇ ਚੀਜ਼ਾਂ ਬਾਅਦ ਦੀ ਗੱਲ ਹੈ, ਕੋਈ ਜੀ ਨਹੀਂ ਹੈਗਾ ਘਰ 'ਚ ਇੱਥੇ, ਫਿਰ ਵੀ ਇੰਨਾ ਹੱਸਦਾ ਖੇਡਦਾ ਚਿਹਰਾ ਕਿਵੇਂ? ਕੀ ਸੋਚ ਕੇ ਖੁਸ਼ ਰਹਿੰਦੇ? ਮੈਂ ਇਹ ਸੋਚ ਕੇ ਖੁਸ਼ ਰਹਿੰਦੇ ਆ ਵੀ ਜੇ ਅਸੀਂ ਸਾਹ ਲੈਣੇ ਆ ਤਾਂ ਰੋਂਦਿਆਂ ਨੇ ਵੀ ਲੈਣੇ ਤਾਂ ਹੱਸਦਿਆਂ ਨੇ ਵੀ ਲੈਣੇ ਆ। ਇਸ ਤੋਂ ਬਿਹਤਰ ਵੀ ਹੱਸਦੇ ਲੈ ਲਓ ਤਾਂ ਠੀਕ ਰਵਾਂਗੇ, ਜੇ ਰੋਂਦੇ ਰਹੇ ਤਾਂ ਆਪਣਾ ਆਪ ਵੀ ਗਵਾਵਾਂਗੇ। ਇਸ ਤੋਂ ਬਿਹਤਰ ਵੀ ਹੱਸਦੇ ਰਹੋ। ਅੱਛਾ, ਤੁਸੀਂ ਕੋਈ ਅਪੀਲ ਕਰਨਾ ਚਾਹੁੰਦੇ ਹੋ ਕਿਸੇ ਨੂੰ, ਕਿਸੇ ਤਰ੍ਹਾਂ ਦੀ ਮਦਦ ਤੁਹਾਨੂੰ ਚਾਹੀਦੀ ਹੋਵੇ? ਮੈਂ ਅਪੀਲ ਕੀ ਕਰ ਸਕਦੀ, ਮੈਂ ਸਿਰਫ ਇਹੋ ਅਪੀਲ ਕਰਾਂਗੀ ਕਿ ਵੀ ਜੋ ਵੀ ਮੈਨੂੰ ਥੋੜ੍ਹੀ ਮਤੀ ਸਹੂਲਤ ਮਿਲ ਜੇ, ਕਮਰਿਆਂ ਦੀ ਮਿਲ ਜੇ ਤੇ ਚਲੋ ਵੀ ਠੀਕ ਆ, ਛੱਤ ਮਾੜੀ ਮੋਟੀ ਹੋ ਜਾਵੇ। ਹੋਰ ਮੈਂ ਵੀ ਕੀ ਕਰ ਸਕਦੀ ਹਾਂ, ਮੈਨੂੰ ਸਿਰਫ ਇੰਨਾ ਹੀ ਚਾਹੀਦਾ ਕਿ ਮਾੜੇ ਮੋਟੇ ਮੇਰੇ ਇਹ ਘਰ ਜਿਹੜਾ ਹੈਗਾ ਛੱਤਾਂ ਚੌਂਦੀਆਂ ਨੇ, ਇਹ ਤੋਂ ਥੋੜ੍ਹੀ ਮਤੀ ਮੈਨੂੰ ਸਹੂਲਤ ਮਿਲ ਜਾਏ। ਚਲੋ, ਇਹ ਤੁਸੀਂ ਅਪੀਲ ਕੀਤੀ ਹੈ। ਆਪਣੇ ਬੱਚਿਆਂ ਨੂੰ ਕੁਝ ਕਹਿਣਾ ਚਾਹੁੰਦੇ ਹੋ, ਆਪਣੇ ਪਤੀ ਨੂੰ ਜਾਂ ਬੱਚਿਆਂ ਨੂੰ? ਕਿਉਂਕਿ ਜਿਹੜੀ ਗੱਲ ਤੁਸੀਂ ਹੁਣ ਤੱਕ ਉੱਥੇ ਜਾ ਕੇ ਨਹੀਂ ਕਹਿ ਪਾਏ, ਜਾਂ ਫਿਰ ਜਿਹੜੀ ਗੱਲ ਉਹਨਾਂ ਨੇ ਨਹੀਂ ਸੁਣੀ, ਜਿਹੜੀ ਤੁਸੀਂ ਫੋਨ 'ਤੇ ਵੀ ਕਰਨਾ ਚਾਹੁੰਦੇ ਹੋਵੋਗੇ ਕਦੇ ਵੀ, ਕਾਸ਼ ਫੋਨ ਆ ਜਾਵੇ। ਇਕੱਲਾ ਬੈਠਾ ਬੰਦਾ 100 ਚੀਜ਼ਾਂ ਸੋਚਦਾ, ਕਦੇ ਸੋਚਿਆ ਕੁਝ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਬੱਚਿਆਂ ਨੂੰ? ਉਹਨਾਂ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ, ਉਹਨਾਂ ਨੂੰ ਆਪਣੇ ਆਪ ਹੋਣਾ ਚਾਹੀਦਾ ਵੀ ਸਾਡੇ ਮਾਂ ਪਿਓ ਨੇ ਕਿੱਦਾਂ ਵੀ ਮਾਂ ਨੇ ਪਾਲਿਆ ਸੀ ਸਾਨੂੰ ਤੰਗੀ 'ਚੋਂ, ਢੇਰਾਂ 'ਚੋਂ ਚੁੱਕ ਕੇ ਮੈਂ ਚੀਜ਼ਾਂ ਉਹਨਾਂ ਨੂੰ ਬਣਾਉਂਦੀ ਰਹੀ ਹਾਂ। ਹੁਣ ਤਾਂ ਚਲੋ ਵੀ ਮੈਂ ਆਪਣਾ ਕਰ ਲੈਂਦੀ ਮਾੜਾ ਮੋਟਾ, ਇੰਨੀ ਕੁ ਮੇਰੀ ਬਾਕਵੀ ਵੀ ਹੈ ਨਹੀਂ ਸੀਗੀ ਕਿਉਂਕਿ ਸਾਨੂੰ ਬਜ਼ੁਰਗਾਂ ਨੇ ਕਦੀ ਬਾਹਰ ਨਿਕਲਣੀ ਨਹੀਂ ਸੀ ਦਿੱਤਾ। ਅਤੇ ਉਸ ਤੋਂ ਬਾਅਦ ਜਦੋਂ ਉਹ ਇੱਥੋਂ ਚਲੇ ਗਏ ਆ, ਭਰਾ ਉਹਦੇ ਲੈ ਗਏ ਸੀਗੇ, ਅਤੇ ਉਸ ਤੋਂ ਬਾਅਦ ਫਿਰ ਮੈਂ ਕਿਤੇ ਵੀ ਆਉਂਦੀ ਜਾਂਦੀ ਨਹੀਂ, ਇੰਨੀ ਕੋਈ ਵਾਕਵੀ ਹੈ ਨਹੀਂ ਸੀਗੀ ਵੀ ਕਿਸੇ ਨਾਲ ਵੀ ਮੈਂ ਗੱਲਬਾਤ ਕਰ ਸਕਾਂ ਜਾਂ ਕਿਤੇ ਵੀ ਕੰਮ ਕਾਰ ਕਰ ਸਕਾਂ। ਅਤੇ ਸਿਰਫ ਜਿਹੜਾ ਵੀ ਘਰ 'ਚ ਥੋੜ੍ਹਾ ਮਤਾ ਹੁੰਦਾ ਸੀਗਾ ਜਾਂ ਦੁਕਾਨ ਵਾਲੇ ਕੋਈ ਸਬਜ਼ੀ ਸੁਬਜ਼ੀ ਸੁੱਟਦੇ ਹੁੰਦੇ ਸੀਗੇ, ਉਹੀ ਜਾ ਕੇ ਮੈਂ ਸ਼ਾਮ ਨੂੰ ਇਕੱਠੇ ਕਰਕੇ ਅਤੇ ਸਾਫ਼ ਸੁਫ ਕਰਕੇ ਅਤੇ ਬੱਚਿਆਂ ਨੂੰ ਖਿਲਾਉਂਦੀ ਰਹੀ ਹਾਂ। ਹੋਰ ਮੇਰੇ ਕੋਲ ਕੋਈ ਇਹੋ ਜਿਹਾ ਕਾਰਾ ਨਹੀਂ ਸੀਗਾ। ਹਾਂਜੀ। ਜੇ ਤੁਹਾਡੀ ਕਿਸੇ ਨੇ ਮਦਦ ਕਰਨੀ ਹੋਵੇ ਤਾਂ ਉਹ ਕਿਹਦੇ ਰਾਹੀਂ ਕਰ ਸਕਦਾ? ਕੋਈ ਤੁਹਾਡਾ ਬੈਂਕ ਅਕਾਊਂਟ, ਕੋਈ ਨੰਬਰ, ਕੋਈ ਹੈ ਕੁਝ? ਨਹੀਂ ਦੀਦੀ, ਮੈਂ ਬੈਂਕ ਅਕਾਊਂਟ ਖੁਲਾਇਆ ਹੀ ਨਹੀਂ ਕਿਉਂਕਿ ਮੇਰਾ ਖਰਚਾ ਮਸੀਂ ਚੱਲਦਾ ਤਾਂ ਬੈਂਕ ਅਕਾਊਂਟ ਕਿੱਥੇ ਖੁਲਾਉਂਦੇ ਰਹਿਣਾ ਵਾ। ਅੱਛਾ ਜੀ। ਤੇ ਤੁਹਾਡਾ ਫੋਨ ਨੰਬਰ ਕੋਈ ਜਿੱਥੇ ਲੋਕੀ ਸੰਪਰਕ ਕਰ ਸਕਣ? ਨੰਬਰ ਮੇਰਾ ਇਹ ਹੈਗਾ ਆ, ਇਹ ਤੁਸੀਂ ਦੇਖ ਦੱਸੋ, ਸਕਦੇ ਹੋ। ਬੋਲ ਕੇ ਦੱਸੋ। 84 ਹਾਂਜੀ 37 91 0 843। ਇਹੀ ਕਹਿਣਾ ਮੁੰਡਿਆਂ ਨੂੰ ਕਿ ਮੈਂ ਬੜੀ ਮਿਹਨਤ ਦੇ ਨਾਲ ਪਾਲਿਆ, ਫਿਰ ਵੀ ਤੁਸੀਂ ਫਲ ਨਹੀਂ ਪਾਇਆ ਉਸ ਚੀਜ਼ ਦਾ, ਹੈ ਨਾ? ਇਹ ਗੱਲ ਤੁਹਾਨੂੰ ਅੱਜ ਵੀ ਤਕਲੀਫ ਦਿੰਦੀ ਹੈ? ਤਕਲੀਫ ਤਾਂ ਦਿੰਦੀ ਹੈ, ਪਰ ਮੈਂ ਫਿਲਹਾਲ ਦੀਦੀ ਮੈਂ ਯਾਦ ਹੀ ਨਹੀਂ ਕਰਦੀ ਵੀ ਮੈਂ ਇਹ ਟਾਈਮ ਕੱਢ ਕੇ ਵੀ ਬੱਚੇ ਪਾਲੇ ਆ ਜਾਂ ਕਿੱਦਾਂ ਪਾਲੇ ਆ, ਮੈਂ ਯਾਦ ਹੀ ਨਹੀਂ ਕਰਦੀ। ਤੁਹਾਡੇ ਕੋਲ ਕੋਈ ਫੋਟੋ ਤਸਵੀਰ ਹੈਗੀ ਉਹਨਾਂ ਦੀ, ਦੇਖਦੇ ਹੋ ਜਾਂ ਦੇਖਿਆ ਹੀ ਨਹੀਂ ਹੁਣ? ਨਹੀਂ, ਫੋਟੋ ਤਸਵੀਰ ਮੈਂ ਕੁਛ ਨਹੀਂ ਰੱਖੀ ਉਹਨਾਂ ਦੀ, ਨਾ ਮੈਂ ਆਪਣੇ ਪਤੀ ਦੀ ਰੱਖੀ, ਨਾ ਬੱਚਿਆਂ ਦੀ ਰੱਖੀ, ਕਿਸੇ ਦੀ ਵੀ ਨਹੀਂ ਰੱਖੀ। ਸੀਗੀ ਪਹਿਲਾਂ? ਨਹੀਂ ਸੀਗੀਆਂ, ਨਹੀਂ ਉਹ ਜਦੋਂ ਇੱਥੇ ਪੜ੍ਹਦੇ ਸੀ ਉਦੋਂ ਸੀਗੀਆਂ, ਅਤੇ ਉਸ ਤੋਂ ਬਾਅਦ ਮੈਂ ਨਹੀਂ ਰੱਖੀ ਕੋਈ ਵੀ। ਹਾਂਜੀ। ਠੀਕ ਹੈ ਜੀ। ਤਾਂ ਇੱਕ ਵਾਰੀ ਘਰ ਦੇ ਹਾਲਾਤ ਦੇਖ ਲਵੋ ਤੁਸੀਂ, ਅਤੇ ਉਸ ਤੋਂ ਬਾਅਦ ਤੁਹਾਡੀ ਪਿੰਡ ਦੇ ਸਰਪੰਚ ਸਾਹਿਬ ਨਾਲ ਗੱਲ ਕਰਵਾਵਾਂਗੇ ਥੋੜ੍ਹੀ ਦੇਰ 'ਚ। ਪਰ ਆਹ ਇੱਕ ਤੁਸੀਂ ਨਾਲ ਦਾ ਕਮਰਾ ਦੇਖ ਰਹੇ ਹੋ ਜਿਹੜਾ, ਇਸ ਦੇ ਵਿੱਚ ਬਿੱਲੀਆਂ ਵੀ ਬੈੱਡ 'ਤੇ ਬੈਠੀਆਂ ਹੋਈਆਂ ਨੇ। ਉਹਨਾਂ ਦੇ ਘਰ ਦੇ ਵਿੱਚ ਭਾਵੇਂ ਕੁਝ ਵੀ ਨਹੀਂ ਹੈ ਖਾਣ ਪੀਣ ਨੂੰ, ਪਰ ਉਹ ਦੇ ਰਹੇ ਨੇ ਕੁਦਰਤ ਤੋਂ। ਦੇਖ ਸਕਦੇ ਹੋ ਇਸ ਕਮਰੇ ਦੀ ਹਾਲਤ। ਇਹ ਸਮਾਨ ਕਿੰਨਾ ਕੁ ਪੁਰਾਣਾ ਹੈ ਸਾਰਾ?
ਤੁਸੀਂ ਆਖਰੀ ਵਾਰ ਕੋਈ ਸਮਾਨ ਕਦੋਂ ਖਰੀਦਿਆ? ਇਹ ਆਖਰੀ ਵਾਰ ਤਾਂ ਸਮਾਨ ਇਦਾਂ ਹੀ ਆ ਕਿ ਤੁਹਾਡੇ ਵਰਗਿਆਂ ਨੇ ਬੈੱਡ ਦੇ ਉੱਤੇ ਉਹ ਰੱਖ ਲਏ ਜਾਂ ਕੋਈ ਚੀਜ਼ ਦੇਤੀ ਉਹ ਰੱਖ ਲਈ। ਆਪਣੇ ਆਪ 'ਚ ਮੈਂ ਖਰੀਦਿਆ ਹੀ ਨਹੀਂ ਕੋਈ ਵੀ ਸਮਾਨ, ਨਾ ਹਿੰਮਤ ਪਈ ਹੈ ਖਰੀਦਣ ਦੀ। ਗੁੱਜਰ ਕਤਰਾਲੇ ਦੇ ਵਿੱਚ ਅੱਜ ਅਸੀਂ ਜਦੋਂ ਆਏ ਤਾਂ ਇਹ ਸਾਰੇ ਘਰ ਦੇ ਹਾਲਾਤ ਦੇਖੇ, ਇਸ ਘਰ ਦੇ ਵਿੱਚ ਰਹਿਣ ਵਾਲੇ ਮਾਤਾ ਜੀ ਰਾਜਕੁਮਾਰੀ ਜੀ ਨਾਲ ਗੱਲਬਾਤ ਕੀਤੀ ਤੇ ਹੁਣ ਇਸ ਪਿੰਡ ਦੇ ਸਰਪੰਚ ਸਾਹਿਬ ਸਾਡੇ ਨਾਲ ਨੇ, ਉਹਨਾਂ ਨੂੰ ਪੁੱਛਦੇ ਹਾਂ ਕਿ ਕੀ ਹਾਲਾਤ ਨੇ ਤੇ ਕੀ ਸੋਚਦੇ ਹੁਣ ਇਹਨਾਂ ਸਾਰਿਆਂ ਬਾਰੇ, ਕਿਉਂਕਿ ਅਸੀਂ ਸੁਣਿਆ ਹੈ ਕਿ ਇਹਨਾਂ ਦੇ ਵੱਲੋਂ ਬਹੁਤ ਕੁਝ ਕੀਤਾ ਗਿਆ ਇਸ ਪਿੰਡ ਦੇ ਲੋਕਾਂ ਲਈ, ਪਰ ਫਿਰ ਵੀ ਉਹ ਆਪਣੇ ਮੂੰਹੋਂ ਕਹਿੰਦੇ ਨੇ ਕਿ ਉਸ ਹੱਦ ਤੱਕ ਨਹੀਂ ਹੋਇਆ ਜਿੰਨਾ ਮੈਂ ਚਾਹੁੰਦਾ ਸੀ। ਇਸ ਤਰ੍ਹਾਂ ਵੀ ਸਾਡੇ ਪਿੰਡ ਦੇ ਬਹੁਤ ਸਾਰਾ ਗਰੀਬ ਪਿੰਡ ਆ ਜਿਹਦੇ ਵਿੱਚ ਇੱਥੋਂ ਦੀ ਘੱਟ ਤੋਂ ਘੱਟ 70-75% ਆਬਾਦੀ ਜਿਹੜੀ ਉਹ ਐਸਸੀ ਹੈ ਅਤੇ ਜਿਹਦੇ ਵਿੱਚ ਘੱਟ ਤੋਂ ਘੱਟ 20-25% ਲੋਕੀ ਜਿਹੜੇ ਆ ਉਹ ਗਰੀਬੀ ਰੇਖਾ ਤੋਂ ਥੱਲੇ ਆ, ਜਿਨ੍ਹਾਂ ਦੇ ਫਾਰਮ ਮੈਂ ਕਈ ਵਾਰੀ ਭਰ ਚੁੱਕਿਆ ਉਹਨਾਂ ਦੇ ਮਕਾਨਾਂ ਲਈ, ਉਹਨਾਂ ਦੇ ਲੈਟਰਨ ਬਾਥਰੂਮਾਂ ਲਈ, ਅਤੇ ਉਹਨਾਂ ਦੇ ਵਿੱਚ ਕਈ ਮਤਲਬ ਚੀਜ਼ਾਂ ਜਿਹੜੀਆਂ ਸਾਨੂੰ ਜਿਹੜੀ ਮਿਲਣੀਆਂ ਚਾਹੀਦੀਆਂ ਸੀ ਉਹ ਸਾਨੂੰ ਪਿੰਡ ਨੂੰ ਮਿਲ ਨਹੀਂ ਪਾਈਆਂ। ਕੀ ਕਾਰਨ ਲੱਗਦਾ ਕਿਉਂ ਨਹੀਂ ਮਿਲ ਪਾ ਰਹੀਆਂ? ਇਹਦਾ ਕਾਰਨ ਤੇ ਇਸ ਤਰ੍ਹਾਂ ਵੀ ਮੈਂ ਜਦੋਂ ਲੋਕਾਂ ਦੇ ਮਕਾਨਾਂ ਦੀ ਗ੍ਰਾਂਟ ਭਰੀ ਸੀ ਤੇ ਮੈਂ 40 ਫਾਰਮ ਭਰੇ ਸੀ, ਜਿਹਦੇ ਵਿੱਚੋਂ ਗੌਰਮੈਂਟ ਦੇ BDO ਆਫਿਸ ਦੇ ਵਿੱਚੋਂ ਉਹਨਾਂ ਨੇ 14 ਅਪਰੂਵਡ ਕਰਕੇ ਤੇ ਹੁਸ਼ਿਆਰਪੁਰ ਭੇਜੇ। ਜਿਨ੍ਹਾਂ 14 ਦੇ ਵਿੱਚੋਂ ਮੇਰੇ ਪਿੰਡ ਨੂੰ ਮਤਲਬ ਇੱਕ ਬੰਦੇ ਦਾ ਉਹ 'ਚ ਨਾਂ ਆਇਆ ਅਤੇ ਮਤਲਬ ਉਹਨਾਂ ਦਾ ਕੀ ਕ੍ਰਾਈਟੇਰੀਆ, ਉਹ ਕਿਸ ਚੀਜ਼ ਨੂੰ ਫਾਲੋ ਕਰਦੇ ਆ। ਜਦੋਂ ਕਿ ਮਕਾਨ ਨਹੀਂ ਹੈ, ਮਕਾਨਾਂ ਨੂੰ ਦਰਵਾਜ਼ੇ ਨਹੀਂ ਹੈ, ਮਕਾਨਾਂ ਦੀਆਂ ਛੱਤਾਂ ਟੁੱਟੀਆਂ ਹੋਈਆਂ, ਬਟ ਉਹ ਵੇਖਦੇ ਕਿ ਕੰਧਾਂ ਨੂੰ ਲਾਲ ਇੱਟ ਲੱਗੀ ਆ ਅਤੇ ਇਹ ਸਾਡੇ ਕ੍ਰਾਈਟੇਰੀਆ 'ਚ ਨਹੀਂ ਆਉਂਦੀ। ਇਹਦੇ ਲਈ ਮੈਂ ਹੁਸ਼ਿਆਰਪੁਰ ਵੀ ਜਾ ਕੇ ਆਇਆ, ਉੱਥੇ ਵੀ ਮੈਂ ਜਾ ਕੇ ਉਹ ਕਹਿੰਦੇ ਵੀ ਕੱਚੀ ਮਿੱਟੀ ਦੇ ਮਕਾਨ ਹੋਣੇ ਚਾਹੀਦੇ, ਉਹਨਾਂ ਨੂੰ ਇਹ ਪ੍ਰੈਫਰੈਂਸ ਜਿਹੜੀ ਦਿੱਤੀ ਜਾਂਦੀ ਆ। ਅਤੇ ਹੁਣ ਜਿਹੜੀਆਂ ਲਾਲ ਇੱਟਾਂ ਲੱਗੀਆਂ ਉਹਦੇ ਉੱਪਰ ਛੱਤ ਨਹੀਂ ਹੈ, ਉਹਨਾਂ ਦੇ ਮਕਾਨਾਂ ਦੀ ਖਿੜਕੀਆਂ ਦੀ ਹਾਲਤ ਮਤਲਬ ਬਾਰਿਸ਼ ਦੇ ਵਿੱਚ ਹੋ ਰਿਹਾ। ਰੀਸੈਂਟਲੀ ਆ 2 ਦਿਨ ਪਹਿਲੇ ਇੱਕ ਲੇਡੀ ਜਿਹੜੀ ਛੱਤ ਦੇ ਵਿੱਚੋਂ ਸਿੱਧੀ ਬੱਗ ਕੇ ਥੱਲੇ ਡਿੱਗ ਪਈ ਹੈ, ਉਹਨਾਂ ਦੀ ਵੀ ਮੈਂ ਗ੍ਰਾਂਟ ਆਲਰੇਡੀ ਭਰ ਕੇ ਭੇਜੀ ਹੋਈ, ਗੌਰਮੈਂਟ ਤੋਂ ਮੰਗ ਕੀਤੀ ਦੀ ਹੈ, ਬਟ ਕੋਈ ਵੀ ਇੱਦਾਂ ਦੀ ਚੀਜ਼ ਜਿਹੜੀ ਹੈ ਅਜੇ ਤੱਕ ਸੈਂਕਸ਼ਨ ਨਹੀਂ ਹੋਈ। ਉਸ ਤੋਂ ਬਾਅਦ ਫਿਰ ਤੁਸੀਂ ਕਿਸੇ ਨੂੰ ਕੋਈ ਚਿੱਠੀ ਪੱਤਰ ਲਿਖਿਆ ਹੋਵੇ? ਚਿੱਠੀ ਪੱਤਰ ਇਸ ਤਰ੍ਹਾਂ ਹੈ ਕਿ ਮੇਰੇ ਖਿਆਲ ਦੇ ਵਿੱਚ ਜਿੰਨੇ ਵਾਰੀ ਵੀ ਗੌਰਮੈਂਟ ਦੀ ਤਰਫੋਂ ਕੈਂਪ ਲਾਏ ਜਾਂਦੇ ਆ, ਉਸ ਕੈਂਪ ਦੇ ਵਿੱਚ ਮੈਂ ਬਰਾਬਰ ਇੱਥੋਂ ਤੱਕ ਕਿ ਮੈਂ ਮੇਰੇ ਪਿੰਡ ਦੇ ਨਹੀਂ, ਮੈਂ ਲੋਕਾਂ ਦੇ ਪਿੰਡਾਂ ਦੇ ਫਾਰਮ ਵੀ ਭਰਨ ਲਈ ਉੱਥੇ ਮੈਂ ਬੈਠਦਾ। ਮੈਂ BDO ਦਫ਼ਤਰ ਦੀ ਤਰਫੋਂ ਵੀ ਉਹ ਫਾਰਮ ਭਰਨ ਦੀ ਕੋਸ਼ਿਸ਼ ਕਰਦਾ। ਮੈਂ ਜਿੰਨੇ ਵਾਰੀ ਵੀ ਉਹਨਾਂ ਨੇ ਜਿੱਥੇ ਵੀ ਕੈਂਪ ਲੱਗਿਆ, SPN ਕਾਲਜ 'ਚ ਲੱਗਿਆ, BDO ਦਫ਼ਤਰ 'ਚ ਲੱਗਿਆ, ਉੱਥੇ ਕੀ ਹੁੰਦਾ ਉਹਨਾਂ ਦੇ ਫਾਰਮ ਭਰ ਕੇ ਅਸੀਂ ਉਹਨਾਂ ਨੂੰ ਭੇਜ ਦਿੰਦੇ ਹਾਂ। ਫਾਰਮ ਭਰਨ ਤੋਂ ਬਾਅਦ ਜਿਹੜੀ ਉਹਨਾਂ ਦਾ ਸਟਾਫ ਜਿਹੜਾ ਪਿੰਡ ਆ ਕੇ ਇੱਕ ਵਾਰੀ ਉਹ ਫੋਟੋਗ੍ਰਾਫੀ ਕਰਦਾ, ਮਕਾਨ ਨੂੰ ਵੇਖਦਾ, ਐਨਾਲਾਈਜ਼ ਕਰਦਾ ਵੀ ਉਹਨਾਂ ਨੂੰ ਕੀ ਕੀ ਚੀਜ਼ਾਂ ਚਾਹੀਦੀਆਂ। ਉਸ ਤੋਂ ਬਾਅਦ ਉਹਨਾਂ ਨੇ ਮੇਰੇ 40 ਫਾਰਮ ਭਰਨ ਤੋਂ ਬਾਅਦ ਉਹਨਾਂ ਨੇ 14 ਅਪਰੂਵਡ ਕੀਤੇ ਸੀ, ਜਿਹੜੀ ਉਹਨਾਂ ਲਿਸਟ ਹੁਸ਼ਿਆਰਪੁਰ ਨੂੰ ਭੇਜੀ। ਹੁਸ਼ਿਆਰਪੁਰ ਦੇ ਵਿੱਚੋਂ ਉਹ ਇੱਕ ਅਪਰੂਵਡ ਹੋ ਕੇ ਆਇਆ। ਨੰਬਰ ਆਫ ਟਾਈਮ, ਕਿਉਂਕਿ ਜਿਹੜੇ ਪਿੰਡਾਂ ਦੇ ਲੋਕੀ ਗਰੀਬ ਲੋਕੀ ਆ, ਉਹਨਾਂ ਦੀ ਦਿਹਾੜੀ ਵੀ ਭੱਜਦੀ ਹੈ, ਉਹਨਾਂ ਨੂੰ ਮੈਂ SPN ਕਾਲਜ 'ਚ ਲਿਜਾਣਾ ਬਾਰ-ਬਾਰ, ਹੁਣ ਮੈਂ ਉਹ ਲਿਜਾਣਾ ਹੀ ਬੰਦ ਕਰਤਾ, ਬਿਕਾਜ਼ ਉਹਨਾਂ ਦਾ 400 ਰੁਪਏ 300 ਰੁਪਏ ਜੋ ਕਮਾਉਂਦੇ ਦਿਨ ਜਿਹੜਾ ਖਰਚਾ ਉਹ ਵੀ ਉਹਨਾਂ ਨੂੰ ਮਿਲਦਾ ਨਹੀਂ, ਇਸ ਕਰਕੇ ਉਹ ਚੀਜ਼ਾਂ ਹੁਣ ਭਰਨੀਆਂ ਬੰਦ ਕਰ ਦਿੱਤੀਆਂ। ਹਾਂ, ਜਿਹੜੀ ਪੈਨਸ਼ਨ ਦੀ ਜਿਹੜੀ ਸਕੀਮ ਹੈ ਉਹ ਰੈਗੂਲਰ ਮਿਲ ਰਹੀ ਹੈ, ਗੌਰਮੈਂਟ ਦੀ ਤਰਫੋਂ ਗ੍ਰਾਂਟਾਂ ਵਗੈਰਾ ਤੇ ਪ੍ਰੋਪਰ ਮਿਲ ਰਹੀਆਂ, ਪਰ ਜਿਹੜੀ ਇੰਡੀਵਿਜੂਅਲ ਵਾਸਤੇ ਮਤਲਬ ਚੀਜ਼ਾਂ ਸੀ, ਜਿਹੜੇ ਕੱਚੇ ਮਕਾਨ ਆ, ਉਹਨਾਂ ਦੀ ਜਿਹੜੀ ਹਾਲਤ ਹੈ ਬਹੁਤ ਹੀ ਜ਼ਿਆਦਾ ਖਰਾਬ ਹੈ, ਉਹਨਾਂ ਵਾਸਤੇ ਗੌਰਮੈਂਟ ਦੀ ਤਰਫੋਂ ਕੁਝ ਨਹੀਂ ਹੋਇਆ।